ਬਜਟ ਦੇ ਸੰਦਰਭ ਦੇ ਵਿੱਚ ਜਦੋਂ ਸਿਹਤ ਵਿਭਾਗ ਦੀ ਗੱਲ ਆਉਂਦੀ ਹੈ ਤਾਂ ਇੱਕ ਸਾਡਾ ਆਧਾਰਿਕ ਢਾਂਚਾ ਸਿਹਤ ਵਿਭਾਗ ਦੀ ਰਿਸਪੌਂਸੀਬਿਲਟੀ 'ਤੇ ਹੁੰਦਾ ਹੈ ਔਰ ਸਿਹਤ ਤੇ ਸਿੱਖਿਆ ਦੋ ਅਹਿਮ ਸੇਵਾਵਾਂ ਨੇ ਅਤੇ ਡਾਕਟਰਾਂ ਤੋਂ ਬਿਹਤਰ ਕੌਣ ਸਮਝ ਸਕਦਾ ਹੈ ਕਿ ਇਸ ਦੇ ਵਿੱਚ ਕਿਸ ਤਰ੍ਹਾਂ ਦੇ ਸੁਧਾਰ ਦੀ ਲੋੜ ਹੈ, ਕਿਸ ਤਰ੍ਹਾਂ ਦੀ ਉਮੀਦ ਹੈ। ਸਾਡੇ ਨਾਲ ਡਾਕਟਰ ਗੁਰਮੇਲ ਸਿੰਘ ਜੁੜ ਚੁੱਕੇ ਨੇ, ਇਹਨਾਂ ਨਾਲ ਗੱਲ ਕਰਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ। ਕੀ ਕਹਿਣਾ ਚਾਹੋਗੇ, ਬਜਟ ਤੋਂ ਕਿਸ ਤਰ੍ਹਾਂ ਦੀ ਉਮੀਦ ਹੈ ਤੁਹਾਨੂੰ, ਕਿ ਕਿਸ ਤਰ੍ਹਾਂ ਦੇ ਸੁਧਾਰ ਦੀ ਜ਼ਰੂਰਤ ਤੁਸੀਂ ਸਮਝਦੇ ਹੋ, ਕਿੰਨਾਂ ਚੀਜ਼ਾਂ ਦੀ ਜਿਹੜੀ ਜ਼ਰੂਰਤ ਹੈ ਹਸਪਤਾਲਾਂ ਦੇ ਵਿੱਚ ਜੋ ਪਹਿਲ ਦੇ ਆਧਾਰ 'ਤੇ ਹੋਣੀਆਂ ਚਾਹੀਦੀਆਂ ਨੇ ਜਿਹਦੇ ਨਾਲ ਇਲਾਜ ਲੋਕਾਂ ਦਾ ਜ਼ਿਆਦਾ ਬਿਹਤਰ ਹੋ ਸਕੇ? ਅਸੀਂ ਮਗਰਲੇ ਸਮੇਂ 'ਚ ਕਾਫੀ ਲੰਬੇ ਸਮੇਂ ਤੋਂ ਕਰੋਨਾ ਵਰਗੀ ਮਹਾਮਾਰੀ ਦੇ ਨਾਲ ਲੜ ਰਹੇ ਹਾਂ। ਇਸ ਪੂਰੇ ਸਮੇਂ ਦੌਰਾਨ ਕਈ ਤਰ੍ਹਾਂ ਦੇ ਐਕਸਪੀਰੀਅੰਸ ਸਾਨੂੰ ਹੋਏ ਨੇ, ਕਾਫੀ ਕੁਝ ਘਾਟਾਂ ਸਾਨੂੰ ਦੇਖਣ ਨੂੰ ਮਿਲੀਆਂ ਨੇ। ਜਿਵੇਂ ਉਦਾਹਰਨ ਦੇ ਤੌਰ 'ਤੇ ਜ਼ਿਲ੍ਹਾ ਹਸਪਤਾਲਾਂ ਦੇ ਵਿੱਚ ਵੈਂਟੀਲੇਟਰਾਂ ਦੀ ਵੱਡੀ ਘਾਟ। ਉਹ ਮਰੀਜ਼ ਜਿਨ੍ਹਾਂ ਨੂੰ ਵੈਂਟੀਲੇਟਰਾਂ ਦੀ ਜ਼ਰੂਰਤ ਸੀ ਉਹਨਾਂ ਨੂੰ ਜਾਂ ਤਾਂ ਮੈਡੀਕਲ ਕਾਲਜਾਂ 'ਚ ਭੇਜਣਾ ਪਿਆ ਜਾਂ ਫਿਰ ਉਹਨਾਂ ਨੂੰ ਮਹਿੰਗੇ ਭਾਅ 'ਤੇ ਪ੍ਰਾਈਵੇਟ ਹਸਪਤਾਲਾਂ 'ਚ ਜਾਣਾ ਪਿਆ। ਇਸ ਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਚੀਜ਼ਾਂ, ਕਾਫੀ ਸਾਰੀਆਂ ਜ਼ਰੂਰਤਾਂ ਹੁੰਦੀਆਂ ਮਰੀਜ਼ ਦੀਆਂ ਜਿਹੜੀਆਂ ਕਿ ਉਹ ਬੜੀ ਵੱਡੀ ਆਸ ਲੈ ਕੇ ਆਉਂਦੇ ਨੇ ਕਿ ਉਹ ਸਾਡੀਆਂ ਇਸੇ ਹਸਪਤਾਲ ਦੇ ਵਿੱਚ ਹੀ ਪੂਰੀਆਂ ਹੋ ਜਾਣ, ਪਰ ਉਹ ਉਪਲਬਧ ਨਾ ਹੋਣ ਕਰਕੇ ਉਹਨਾਂ ਨੂੰ ਵਾਪਸ ਭੇਜਣਾ ਪੈਂਦਾ ਹੈ ਜਾਂ ਕਿਤੇ ਰੈਫਰ ਕਰਨਾ ਪੈਂਦਾ ਹੈ। ਤਾਂ ਅਸੀਂ ਆਉਣ ਵਾਲੇ ਬਜਟ ਦੇ ਵਿੱਚ ਇਹੀ ਆਸ ਕਰਦੇ ਹਾਂ ਕਿ ਪੰਜਾਬ ਸਰਕਾਰ ਜ਼ਿਲ੍ਹਾ ਹਸਪਤਾਲਾਂ ਦੇ ਉੱਤੇ ਪੂਰਾ ਧਿਆਨ ਕੇਂਦਰਿਤ ਕਰਦੇ ਹੋਏ ਇਹਨਾਂ ਹਸਪਤਾਲਾਂ ਦੇ ਵਿੱਚ ਹੀ ਅਜਿਹੀਆਂ ਸਹੂਲਤਾਂ ਪ੍ਰੋਵਾਈਡ ਕਰੂਗੀ ਕਿ ਲੋਕਾਂ ਨੂੰ ਕਾਰਪੋਰੇਟ ਜਾਂ ਹੋਰ ਪ੍ਰਾਈਵੇਟ ਅਦਾਰਿਆਂ ਵਿੱਚ ਜਾ ਕੇ ਆਪਦੇ ਪੈਸੇ ਨਾ ਗਵਾਉਣੇ ਪੈਣ। ਉਦਾਹਰਨ ਦੇ ਤੌਰ 'ਤੇ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਜ਼ਿਲ੍ਹਾ ਹਸਪਤਾਲਾਂ ਦੇ ਵਿੱਚ ਬਕਾਇਦਾ ਇੱਕ ਸਪੈਸ਼ਲ ਵਾਰਡ ਬਣਾਵੇ ਜਿਸ ਵੈਂਟੀਲੇਟਰ ਦੀ ਜਿਹੜੀ ਕਿ ਸਹੂਲਤ ਹੈ ਉਪਲਬਧ ਹੋਵੇ। ਵੈਂਟੀਲੇਟਰ ਨੂੰ ਚਲਾਉਣ ਵਾਸਤੇ ਮੈਨ ਪਾਵਰ ਦੀ ਲੋੜ ਹੈ, ਉਹਦੇ ਵਾਸਤੇ ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਹੈ ਜਿਹੜੀ ਇੱਕ ਬਜਟ ਦੇ ਹਿੱਸੇ ਦੇ ਤੌਰ 'ਤੇ ਇਸ ਚੀਜ਼ ਦਾ ਪ੍ਰਬੰਧ ਕਰੇ ਕਿ ਅਜਿਹੀਆਂ ਮਹਾਂਮਾਰੀਆਂ ਦੇ ਨਾਲ ਟਾਕਰਾ ਕਰਨ ਵੇਲੇ ਜਿਹੜੇ ਸਟਾਫ ਦੀ ਜ਼ਰੂਰਤ ਹੈ ਉਹਨੂੰ ਪੱਕਾ ਭਰਤੀ ਕੀਤਾ ਜਾਵੇ, ਨਾ ਕਿ ਇਸ ਤਰ੍ਹਾਂ ਹੋਵੇ ਕਿ ਜਿਵੇਂ ਪਹਿਲਾਂ ਅਸੀਂ ਉਹਨਾਂ ਨੂੰ ਕਰੋਨਾ ਯੋਧੇ ਕਹਿ ਕੇ ਪੁਕਾਰਦੇ ਰਹੇ ਅਤੇ ਉਸ ਤੋਂ ਬਾਅਦ ਅਸੀਂ ਹਾਲਾਤ ਦੇਖੀ ਹੈ ਕਿ ਉਹ ਸਾਰੇ ਕਰੋਨਾ ਯੋਧੇ ਕੱਢ ਕੇ ਅਸੀਂ ਬਾਹਰ ਮਾਰੇ। ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਉਹੀ ਕਰੋਨਾ ਯੋਧੇ ਜਿਨ੍ਹਾਂ ਨੂੰ ਆ ਕੇ ਪੁਲਿਸ ਗਾਰਡ ਸਲਾਮੀ ਦਿੰਦੀ ਹੁੰਦੀ ਸੀ ਉਹਨਾਂ ਨੂੰ 2-2 ਮਹੀਨੇ ਦੀ ਤਨਖਾਹ ਵੀ ਨਹੀਂ ਦਿੱਤੀ ਗਈ ਹਜੇ, ਅਤੇ ਉਹ ਆਪਦੇ ਘਰਾਂ 'ਚ ਬੈਠੇ ਉਸ ਤਨਖਾਹ ਨੂੰ ਉਡੀਕ ਰਹੇ ਨੇ ਕਿ ਕਦੋਂ ਫੰਡ ਆਉਣਗੇ ਅਤੇ ਕਦੋਂ ਤਨਖਾਹ ਹੋਊਗੀ। ਅਤੇ ਸਾਡੀ ਮੰਗ ਹੈ ਕਿ ਸਰਕਾਰ ਅਜਿਹੇ ਫੰਡਾਂ 'ਤੇ ਆਧਾਰਿਤ ਹੋਣ ਦੀ ਬਜਾਏ ਇੱਕ ਪੱਕੇ ਤੌਰ 'ਤੇ ਪ੍ਰਬੰਧ ਕਰੇ ਕਿ ਜੇ ਕੋਈ ਇਹੋ ਜਿਹੀ ਆਫਤ ਆਉਂਦੀ ਹੈ ਜਾਂ ਕੋਈ ਅਜਿਹੀ ਭਿਆਨਕ ਘਟਨਾ ਵਾਪਰ ਜਾਂਦੀ ਹੈ ਤਾਂ ਉਦੋਂ ਸਾਨੂੰ ਫੰਡਾਂ 'ਤੇ ਆਧਾਰਿਤ ਨਾ ਹੋਣਾ ਪਵੇ, ਪਹਿਲੇ ਸਾਡੇ ਕੋਲ ਅਜਿਹੇ ਸਾਧਨ ਉਪਲਬਧ ਹੋਣ ਅਤੇ ਅਜਿਹੀ ਮੈਨ ਪਾਵਰ ਹੋਵੇ, ਇਸ ਤਰ੍ਹਾਂ ਦੇ ਲੋਕ ਭਰਤੀ ਕੀਤੇ ਹੁਣ ਸਾਡੇ ਕੋਲ ਕਿ ਅਸੀਂ ਲੋਕਾਂ ਨੂੰ ਸੰਤੁਸ਼ਟ ਕਰ ਸਕੀਏ, ਲੋਕਾਂ ਨੂੰ ਸਹੂਲਤਾਂ ਦੇ ਸਕੀਏ। ਜਿਵੇਂ ਸਰਕਾਰੀ ਅੰਕੜੇ ਜਿਵੇਂ ਦੱਸ ਰਹੇ ਨੇ ਕਿ ਕਰੋਨਾ ਇੱਕ ਵਾਰ ਫੇਰ ਵੱਧ ਰਿਹਾ ਹੈ ਨਾ, ਅਤੇ ਫਿਰ ਇਹੋ ਜਿਹੇ ਮੌਕੇ ਤਾਂ ਹੋਰ ਜ਼ਿਆਦਾ ਜ਼ਰੂਰੀ ਹੋ ਜਾਂਦਾ ਵੀ ਜਿਹੜਾ ਸਟਾਫ ਹੈ ਉਹ ਪਹਿਲਾਂ ਜਿਹੜਾ ਹਟਾਇਆ ਗਿਆ ਸੀ ਹੁਣ ਵੀ ਤਾਂ ਫਿਰ ਬੁਲਾਉਣਾ ਹੀ ਪਊ, ਕਿਉਂ ਨਾ ਉਸ ਨੂੰ ਪਰਮਾਨੈਂਟ ਰੱਖਿਆ ਜਾਂਦਾ, ਕਿਉਂਕਿ ਉਹ ਸਿਰਫ ਕਰੋਨਾ ਨਾਲ ਤਾਂ ਲੜ ਨਹੀਂ ਰਿਹਾ, ਉਹ ਵੈਸੇ ਵੀ ਸਿਹਤ ਵਿਭਾਗ ਦੇ ਕੰਮ ਦਾ ਸਟਾਫ ਸੀਗਾ, ਬਲਕਿ ਹੁਣ ਘਾਟ ਮਹਿਸੂਸ ਕੀਤੀ ਜਾ ਰਹੀ ਹੈ ਕਿ ਜ਼ਰੂਰਤ ਨਹੀਂ ਹੈ ਉਹ ਸਟਾਫ ਨੂੰ ਫਿਰ ਬੁਲਾਇਆ ਜਾਊ। ਪਹਿਲਾਂ ਉਹੀ ਤੁਹਾਡੇ ਕਹਿਣ ਵਾਂਗ ਜਦੋਂ ਉਹ ਕੰਮ ਕਰਦੇ ਨੇ ਤਾਂ ਇੱਕ ਵਾਰੀ ਸਲੂਟ ਕਰਕੇ ਉਹਨਾਂ ਨੂੰ ਸਾਰ ਦਿੱਤਾ ਜਾਂਦਾ ਅਤੇ ਪੈਸਾ ਉਹਨਾਂ ਨੂੰ ਦਿੱਤਾ ਨਹੀਂ ਜਾਂਦਾ, ਅਤੇ ਬੈਟਰ ਇਹ ਨਹੀਂ ਕਿ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਨੇ ਉਹ ਪੱਕੀਆਂ ਕੀਤੀਆਂ ਜਾਣ। ਤੁਹਾਨੂੰ ਉਮੀਦ ਹੈ ਬਜਟ 'ਚ ਸਰਕਾਰ ਕੁਛ ਉਹਨਾਂ ਬਾਰੇ ਸੋਚੂ? ਅਸੀਂ ਸਰਕਾਰ ਤੋਂ ਉਮੀਦ ਤਾਂ ਹਮੇਸ਼ਾ ਹੀ ਕਰਦੇ ਹੁੰਦੇ ਹਾਂ, ਹੁਣ ਵੀ ਸਾਨੂੰ ਪੂਰੀ ਉਮੀਦ ਹੈ ਕਿ ਸਾਡੇ ਮੁੱਖ ਮੰਤਰੀ ਸਾਹਿਬ ਲੋਕਾਂ ਨਾਲ ਬਹੁਤ ਪਿਆਰ ਕਰਦੇ ਨੇ, ਲੋਕਾਂ ਵਾਸਤੇ ਬੜੀ ਵੱਡੀ ਦੇਣ ਹੈ ਉਹਨਾਂ ਦੀ। ਜੇਕਰ ਉਹ ਵਾਕਈ ਪੰਜਾਬ ਦੇ ਲੋਕਾਂ ਨੂੰ ਆਪਦੇ ਭੈਣ ਭਰਾ ਸਮਝਦੇ ਨੇਗੇ ਤਾਂ ਉਹ ਜ਼ਿਲ੍ਹਾ ਹਸਪਤਾਲਾਂ ਦੇ ਵਿੱਚ ਅਜਿਹਾ ਪੱਕਾ ਪ੍ਰਬੰਧ ਕਰਨ ਕਿ ਸਾਨੂੰ ਮੁਲਾਜ਼ਮਾਂ ਨੂੰ 2 ਮਹੀਨੇ 4 ਮਹੀਨੇ ਰੱਖ ਕੇ ਫਿਰ ਹਟਾਉਣਾ ਨਾ ਪਵੇ। ਪੱਕੇ ਕਰੋਨਾ ਯੋਧੇ ਇੱਥੇ ਹੋਣੇ ਚਾਹੀਦੇ ਨੇਗੇ, ਉਹਨਾਂ ਦੀਆਂ ਪੱਕੀਆਂ ਸੇਵਾਵਾਂ ਹੋਣੀਆਂ ਚਾਹੀਦੀਆਂ ਹੈਗੀਆਂ, ਉਹਨਾਂ ਨੂੰ ਟਾਈਮ ਸਿਰ ਤਨਖਾਹ ਮਿਲਣੀ ਚਾਹੀਦੀ ਹੈ, ਪੂਰੀ ਤਨਖਾਹ ਮਿਲਣੀ ਚਾਹੀਦੀ ਹੈ। ਇਹ ਨਾ ਹੋਵੇ ਕਿ 2 ਮਹੀਨੇ ਕੰਮ ਲੈ ਲਿਆ ਫਿਰ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਫਾਰਗ ਕਰ ਦਈਏ। ਪਹਿਲਾਂ ਜਦੋਂ ਕਰੋਨਾ ਕਾਲ ਸ਼ੁਰੂ ਹੋਇਆ ਸੀ ਤਾਂ ਉਸ ਵੇਲੇ ਅਸੀਂ ਦੇਖਿਆ ਜਿਹੜੀਆਂ PPE ਕਿਟਸ ਸੀਗੀਆਂ ਉਹ ਵੀ NGO ਨੇ, ਮਤਲਬ ਸਮਾਜ ਸੇਵੀ ਸੰਸਥਾਵਾਂ ਨੇ ਦਿੱਤੀਆਂ ਹੈ ਨਾ, ਅਤੇ ਹੁਣ ਤੁਹਾਡੇ ਕੋਲ ਜਿਹੜਾ ਪੂਰਾ ਇਕਵਿਪਮੈਂਟ ਹੈ ਉਹ ਆ ਰਿਹਾ, ਕਿਉਂਕਿ ਇੱਕ ਵਾਰੀ ਫਿਰ ਕਿਹਾ ਜਾ ਰਿਹਾ ਵੀ ਦੁਬਾਰਾ ਇਸ ਚੀਜ਼ ਨੂੰ ਫੇਸ ਕਰਨਾ ਪੈ ਸਕਦਾ? ਦੇਖੋ ਜੀ, ਇਸ ਟਾਈਮ ਤਾਂ ਜਿਹੜਾ ਹੈਗਾ ਗਾ ਸਾਡੇ ਕੋਲ ਸਾਰਾ ਸਮਾਨ ਹੀ ਉਪਲਬਧ ਹੈਗਾ ਗਾ, ਅਤੇ ਸਗੋਂ ਹੁਣ ਤਾਂ ਕਾਫੀ ਵੱਡੀ ਮਾਤਰਾ 'ਚ ਸਮਾਨ ਪਿਆ, ਕਿਉਂਕਿ ਉਦੋਂ ਇੱਕੋ ਦਮ ਹੀ ਬਿਮਾਰੀ ਦੀ ਸ਼ੁਰੂਆਤ ਹੋਈ ਸੀ। ਇੱਕ ਲੋਕਾਂ 'ਚ ਭੈ ਸੀਗਾ, ਡਰ ਸੀਗਾ, ਹੌਲੀ ਹੌਲੀ ਡਾਕਟਰਾਂ ਦੇ ਵਿੱਚ, ਪੈਰਾਮੈਡੀਕਲ ਸਟਾਫ ਦੇ ਮਨ 'ਚ ਵੀ ਉਹ ਡਰ ਨਿਕਲ ਚੁੱਕਿਆ ਹੈ ਕਿ ਹੁਣ ਹਰੇਕ ਥਾਂ 'ਤੇ PPE ਕਿੱਟ ਪਾਉਣ ਦੀ ਜ਼ਰੂਰਤ ਵੀ ਨਹੀਂ ਮਹਿਸੂਸ ਕੀਤੀ ਜਾਂਦੀ, ਅਤੇ ਲੋਕ ਬੜੇ ਨਿਡਰ ਤਰੀਕੇ ਦੇ ਨਾਲ
ਜਿਹੜਾ ਗਾ ਇਹਨਾਂ ਚੀਜ਼ਾਂ ਦਾ ਸਾਹਮਣਾ ਕਰ ਲੈਂਦੇ ਨੇਗੇ। ਅਤੇ ਮੈਨੂੰ ਨਹੀਂ ਲੱਗਦਾ ਕਿ ਜਿਹੀ ਘਾਟ ਇਸ ਟਾਈਮ ਹੈ, ਅਤੇ ਪਰ ਸਰਕਾਰ ਤੋਂ ਅਸੀਂ ਇਹ ਆਸ ਕਰਦੇ ਹਾਂ ਕਿ ਆਉਣ ਵਾਲੇ ਬਜਟ ਦੇ ਵਿੱਚ ਹੋ ਸਕਦਾ ਹੈ ਕਰੋਨਾ ਤੋਂ ਇਲਾਵਾ ਕੋਈ ਅਜਿਹੀ ਹੋਰ ਵੀ ਕੋਈ ਮਹਾਂਮਾਰੀ ਆ ਸਕਦੀ ਹੈ, ਕੋਈ ਵੀ ਵਿੰਟਰ ਵੈਰਸਿਸ ਕੋਈ ਹੋਰ ਐਕਟਿਵ ਹੋ ਸਕਦੇ ਨੇਗੇ, ਤਾਂ ਅਸੀਂ ਪੂਰੀ ਸਮਰੱਥ ਹੋਣੇ ਚਾਹੀਦੇ ਹਾਂ। ਸਾਡੇ ਕੋਲ ਇੰਨਾ ਕੁ ਪ੍ਰਬੰਧ ਕੀਤਾ ਹੋਣਾ ਚਾਹੀਦਾ ਹੈ ਕਿ ਸਾਨੂੰ ਮੌਕੇ 'ਤੇ ਕੁਝ ਨਾ ਕਰਨਾ ਪਵੇ। ਪਹਿਲੇ ਸਾਡੇ ਕੋਲ ਸਾਰੇ ਫੰਡ, ਸਾਰੀ ਮੈਨ ਪਾਵਰ ਉਪਲਬਧ ਹੋਣੀ ਚਾਹੀਦੀ ਹੈਗੀ। ਜਿਹੜਾ ਹਸਪਤਾਲ ਹੈ ਇਹ ਜ਼ਿਲ੍ਹੇ ਦਾ ਹੀ ਨਹੀਂ ਬਲਕਿ ਆਪਾਂ ਲੋਅਰ ਮਾਲਵਾ ਦਾ ਕਹੀਏ ਸਭ ਤੋਂ ਪ੍ਰਮੁੱਖ ਸਰਕਾਰੀ ਹਸਪਤਾਲ ਹੈ, ਪਰ ਇੱਥੇ ਜਿਹੜੀਆਂ ਮਸ਼ੀਨ ਖਾਸ ਕਰਕੇ MRI ਜਾਂ ਹੋਰ ਜਿੱਦਾਂ ਤੁਸੀਂ ਵੈਂਟੀਲੇਟਰ ਤਾਂ ਕਹੀ ਹੈ, MRI ਵਗੈਰਾ ਮਸ਼ੀਨਾਂ ਦੀ ਕਮੀ ਜਿਹੜੀ ਅਕਸਰ ਰਹਿੰਦੀ ਹੈ। ਬਲੱਡ ਬੈਂਕ ਦੇ ਵਿੱਚ ਕੀ ਕੁਛ ਹੋਇਆ ਸਭ ਨੂੰ ਪਤਾ ਹੈ ਨਾ। ਅਤੇ ਤੁਹਾਨੂੰ ਨਹੀਂ ਲੱਗਦਾ ਕਿ ਇੱਥੇ ਸਿਰਫ ਇਮਾਰਤਾਂ ਉਸਾਰੀਆਂ ਜਾ ਰਹੀਆਂ ਨੇ ਪਰ ਇਕਵਿਪਮੈਂਟ ਜਿਹੜਾ ਉਹ ਨਹੀਂ ਦਿੱਤਾ ਜਾ ਰਿਹਾ? ਹਾਂ, ਇਹ ਬਿਲਕੁਲ ਕੌੜਾ ਸੱਚ ਹੈ ਕਿ ਕਾਫੀ ਲੰਬੇ ਸਮੇਂ ਤੋਂ ਬਹੁਤ ਪੁਰਾਣਾ ਹਸਪਤਾਲ ਹੈ। ਇੱਥੇ ਮੰਗ ਕੀਤੀ ਜਾ ਰਹੀ ਸੀ ਕਿ ਅਜਿਹੀਆਂ ਸਹੂਲਤਾਂ ਜਿਵੇਂ ਕਿ CT ਸਕੈਨ, MRI ਇਹ ਉਪਲਬਧ ਹੋਣੀਆਂ ਚਾਹੀਦੀਆਂ। ਮਗਰ ਜੇ ਸਿਵਲ ਹਸਪਤਾਲ ਦੀ ਬੈਕ ਸਾਈਡ 'ਤੇ ਇੱਕ ਬਿਲਡਿੰਗ ਵੀ ਬਣੀ ਜਿੱਥੇ ਇਹ ਕਿਹਾ ਜਾ ਰਿਹਾ ਸੀਗਾ ਕਿ ਬਸ CT ਸਕੈਨ ਦੀ ਮਸ਼ੀਨ ਆਉਣ ਵਾਲੀ ਹੈ, ਇੱਥੇ ਲੱਗ ਜਾਣੀ ਹੈ, ਪਰ ਗੱਲ ਇਹ ਹੈ ਨਾ ਵੀ CT ਸਕੈਨ ਦੀ ਮਸ਼ੀਨ ਵੀ ਲੱਗ ਜੂਗੀ। CT ਸਕੈਨ ਦੀ ਰਿਪੋਰਟਿੰਗ ਕਰਨ ਵਾਸਤੇ ਰੇਡੀਓਲੋਜਿਸਟ ਦੀ ਵੀ ਲੋੜ ਹੈ, ਉਹ ਨਹੀਂ ਉਪਲਬਧ ਹੋ ਰਹੇ, ਉਹ ਭਰਤੀ ਨਹੀਂ ਕੀਤੇ ਜਾ ਰਹੇ। ਉਹਦੇ ਵਾਸਤੇ ਟੈਕਨੀਕਲ ਸਟਾਫ ਦੀ ਲੋੜ ਹੈ, ਉਹ ਭਰਤੀ ਨਹੀਂ ਕੀਤੇ ਜਾ ਰਹੇ। ਸਾਡੇ ਕੋਲ ਡਾਇਲਸਿਸ ਯੂਨਿਟ ਹੈ, ਡਾਇਲਸਿਸ ਯੂਨਿਟ ਦੇ ਵਿੱਚ ਸਾਡੇ ਕੋਲ ਪੂਰਾ ਸਟਾਫ ਨਹੀਂ ਹੁੰਦਾ। ਇੱਦਾਂ ਹੀ ਜੇ ਵੈਂਟੀਲੇਟਰ ਰੱਖਦਾ, ਸਪੋਜ਼ ਕਰੋ ਸਰਕਾਰ ਵੈਂਟੀਲੇਟਰ ਰੱਖ ਦਿੰਦੀ ਹੈ, ਪਰ ਵੈਂਟੀਲੇਟਰਾਂ ਨੂੰ ਚੱਲਦੀ ਹਾਲਤ 'ਚ ਰੱਖਣ ਵਾਸਤੇ, ਉਹਨਾਂ ਤੋਂ ਕੰਮ ਲੈਣ ਵਾਸਤੇ ਵੀ ਮੈਨ ਪਾਵਰ ਦੀ ਲੋੜ ਹੈ। ਉਹ ਮੈਨ ਪਾਵਰ ਦਾ ਵੀ ਬਜਟ ਦੇ ਵਿੱਚ ਪ੍ਰਬੰਧ ਕੀਤਾ ਹੋਣਾ ਚਾਹੀਦਾ ਹੈ ਤਾਂ ਕਿ ਉਹਨਾਂ ਮਸ਼ੀਨਾਂ ਦਾ ਫਾਇਦਾ ਰਹੇ। ਮਸ਼ੀਨਾਂ ਦਾ ਚਿੱਟੇ ਹੱਥ ਹੀ ਸਾਬਤ ਹੋ ਜਾਣੀਆਂ, ਅਦਰਵਾਈਜ਼ ਮਸ਼ੀਨਾਂ ਦਾ ਕੋਈ ਫਾਇਦਾ ਨਹੀਂ ਹੋਏਗਾ ਜੇ ਅਸੀਂ ਉਹਨਾਂ ਮਸ਼ੀਨਾਂ ਨੂੰ ਚਲਾਉਣ ਵਾਸਤੇ ਮੈਨ ਪਾਵਰ ਦਾ ਪ੍ਰਬੰਧ ਨਹੀਂ ਕਰਾਂਗੇ। ਉਮੀਦ ਹੈ ਇਸ ਬਜਟ 'ਚ, ਕਿਉਂਕਿ ਸਰਕਾਰ ਦਾ ਆਖਰੀ ਬਜਟ ਵੀ ਹੈ, ਕੋਸ਼ਿਸ਼ ਇਹ ਕੀਤੀ ਜਾਊਗੀ ਕਿ ਉਹਨਾਂ ਚੀਜ਼ਾਂ 'ਤੇ ਧਿਆਨ ਦਿੱਤਾ ਜਾਵੇ ਜਿਹੜੇ ਲੋਕਾਂ ਦੇ ਨਾਲ ਜੁੜੀਆਂ ਹੋਣ। ਦੇਖੋ ਜੀ, ਕੈਪਟਨ ਸਾਹਿਬ ਨੇ ਵੋਟਾਂ ਲੈਣੀਆਂ ਨੇ ਅਤੇ ਉਹਨਾਂ ਨੇ ਕਾਫੀ ਕੁਝ ਪੰਜਾਬ ਸੂਬੇ ਵਾਸਤੇ ਕੀਤਾ ਗਾ, ਅਤੇ ਅਸੀਂ ਤਾਂ ਇਹੀ ਆਸ ਕਰਦੇ ਹਾਂ ਕਿ ਕੈਪਟਨ ਸਾਹਿਬ ਫਰਕ ਦਿਲੀ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਆਪਦੇ ਧੀਆਂ ਪੁੱਤ, ਆਪਦੇ ਭੈਣ ਭਰਾ ਸਮਝਦੇ ਹੋਏ ਇਹਨਾਂ ਖਾਤਰ ਐਤਕੀ ਅਜਿਹਾ ਕੁਝ ਕਰਨਗੇ ਬਜਟ ਦੇ ਵਿੱਚ ਕਿ ਵੀ ਲੋਕ ਇਹਨਾਂ ਦੀ ਬੱਲੇ ਬੱਲੇ ਹੋ ਜੇ ਅਤੇ ਲੋਕ ਮੁੜ ਕੇ ਇਹਨਾਂ ਨੂੰ ਸੱਤਾ 'ਤੇ ਲੈ ਕੇ ਆਉਣ। ਸੋ ਇਹ ਇੱਕ ਸਰਕਾਰੀ ਮੁਲਾਜ਼ਮ ਡਾਕਟਰ ਦੇ ਸ਼ਬਦ ਨੇ, ਬੜੇ ਨੱਭੇ ਤੋਲੇ ਸ਼ਬਦ ਹੁੰਦੇ ਨੇ ਸਰਕਾਰੀ ਮੁਲਾਜ਼ਮ ਡਾਕਟਰ ਦੇ, ਕਿਉਂਕਿ ਉਹਨਾਂ ਦੇ ਬਹੁਤ ਕੁਛ ਬੰਦਸ਼ਾਂ ਹੁੰਦੀਆਂ ਨੇ, ਸਰਕਾਰੀ ਨੌਕਰੀ ਕਰਨੀ ਹੁੰਦੀ ਹੈ। ਪਰ ਜੇ ਇਸ ਦੇ ਬਾਵਜੂਦ ਉਹ ਇਹ ਕਹਿੰਦੇ ਨੇ ਕਿ ਇਹਨਾਂ ਚੀਜ਼ਾਂ 'ਤੇ ਧਿਆਨ ਦੇਣਾ ਜ਼ਰੂਰੀ ਹੈ, ਤਾਂ ਸਰਕਾਰ ਨੂੰ ਕਿਤੇ ਨਾ ਕਿਤੇ ਗੰਭੀਰ ਹੋਣਾ ਚਾਹੀਦਾ ਹੈ ਉਹਨਾਂ ਹਸਪਤਾਲਾਂ ਲਈ ਜੋ ਇਸ ਤਰ੍ਹਾਂ ਦੇ ਇਲਾਕਿਆਂ ਦੇ ਵਿੱਚ ਜੋ ਕਿਸੇ ਵੇਲੇ ਬੈਕਵਰਡ ਸੀ। ਹਾਲਾਂਕਿ ਹੁਣ ਏਮਜ਼ ਵਰਗੀਆਂ ਸਹੂਲਤਾਂ ਇੱਥੇ ਹੈਗੀਆਂ ਨੇ, ਪਰ ਫਿਰ ਵੀ ਸਾਡੇ ਲੋਕਾਂ ਦੀਆਂ ਹੁਣ ਵੀ ਜ਼ਿਆਦਾ ਜਿਹੜੀਆਂ ਨਿਰਭਰਤਾਵਾਂ ਨੇ ਉਹ ਇਸ ਸਰਕਾਰੀ ਹਸਪਤਾਲ 'ਤੇ ਨੇ। ਜ਼ਿਲ੍ਹਾ ਹਸਪਤਾਲ ਬਠਿੰਡਾ ਜੋ ਸਿਰਫ ਬਠਿੰਡਾ ਦਾ ਨਹੀਂ ਪੂਰੇ ਮਾਲਵਾ ਦਾ ਅਹਿਮ ਹਸਪਤਾਲ ਹੈ, ਅਤੇ ਉੱਥੇ ਜੇ ਇਹ ਹਾਲਤ ਹੈ, MRI ਮਸ਼ੀਨ ਨਹੀਂ ਹੈ, ਵੈਂਟੀਲੇਟਰ ਨਹੀਂ ਹੈ, ਤਾਂ ਸਮਝਿਆ ਜਾ ਸਕਦਾ ਕਿ ਪਿਛਲੇ ਬਜਟਾਂ ਦੇ ਵਿੱਚ ਲੋਕਾਂ ਨੂੰ ਉਹ ਕੁਝ ਨਹੀਂ ਮਿਲਿਆ। ਸੋ ਉਮੀਦ ਜਿਹੜੀ ਹੈ, ਉਮੀਦ ਜਬ ਤੱਕ ਸਾਂਸ ਤਬ ਤੱਕ ਆਸ ਵਾਲੀ ਗੱਲ ਹੈ। ਦੇਖਣਾ ਹੋਏਗਾ ਇਸ ਬਜਟ ਦੇ ਵਿੱਚ ਸਰਕਾਰ ਕਿੰਨਾ ਕੁ ਧਿਆਨ ਦਿੰਦੀ ਹੈ। ਕੈਮਰਾਮੈਨ ਪ੍ਰਦੀਪ ਰਾਜੂ ਦੇ ਨਾਲ ਧਰਮ ਚੰਦਰ।